मैं परमवीर कौर साइंस टीचर ਤੁਹਾਨੂੰ 10th क्लास ਦਾ 10th चैप्टर प्रकाश परावर्तन ਅਤੇ अपवर्तन ਜਾਂ ਲਾਈਟ ਰਿਫਲੈਕਸ਼ਨ ਐਂਡ ਰੀਫਰੈਕਸ਼ਨ ਕਰਵਾ ਰਹੀ ਸੀ। ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਇਸ ਟੌਪਿਕ ਤੇ ਕਰ ਚੁੱਕੇ ਹਾਂ ਜਿਸ ਦੇ ਵਿੱਚ ਆਪਾਂ ਪਰਾਵਰਤਨ ਬਾਰੇ ਪੜ੍ਹਿਆ ਸੀ ਕਿ ਪਰਾਵਰਤਨ ਜਾਂ ਰਿਫਲੈਕਸ਼ਨ ਕੀ ਹੁੰਦਾ ਹੈ। ਰਿਫਲੈਕਸ਼ਨ ਦਾ ਮਤਲਬ ਹੈ ਕਿ ਅਗਰ ਪ੍ਰਕਾਸ਼ ਦੀ ਜਿਹੜੀ ਕਿਰਨ ਹੈ ਉਹ ਆ ਕੇ ਕਿਸੇ ਵੀ ਸਰਫੇਸ 'ਤੇ ਜਾਂ ਕਿਸੇ ਸਤਹ 'ਤੇ ਟਕਰਾਉਂਦੀ ਹੈ ਤਾਂ ਉਸ ਟਕਰਾ ਕੇ ਉਸ ਸਤਹ ਨੂੰ ਵਾਪਸ ਚਲੀ ਜਾਂਦੀ ਹੈ ਤਾਂ ਉਸ ਦਾ ਮਤਲਬ ਹੈ ਪਰਾਵਰਤਨ ਜਾਂ ਰਿਫਲੈਕਸ਼ਨ। ਤਾਂ ਆਪਾਂ ਇੱਕ ਡਾਇਗਰਾਮ ਦੇ ਥਰੂ ਆਪਾਂ ਕੀਤਾ ਸੀ ਆਪਤਿਤ ਕਿਰਨ ਜਾਂ ਇੰਸੀਡੈਂਟ ਕਿਰਨ ਕਿਹੜੀ ਹੈ, ਪਰਾਵਰਤਿਤ ਕਿਰਨ ਜਾਂ ਰਿਫਲੈਕਟਡ ਰੇ ਕਿਹੜੀ ਹੈ, ਨੋਰਮਲ ਜਾਂ ਅਭਿਲੰਬ ਕਿਹੜਾ ਹੈ। ਜਿਹੜਾ ਕੋਣ ਜਾਂ ਜਿਹੜਾ ਐਂਗਲ ਇੰਸੀਡੈਂਟ ਰੇ ਅਤੇ ਨੋਰਮਲ ਬਣਾਉਂਦੇ ਹਨ ਉਸ ਨੂੰ ਆਪਾਂ ਐਂਗਲ ਆਫ ਇੰਸੀਡੈਂਸ ਜਾਂ ਆਪਤਨ ਕੋਣ ਕਹਿੰਦੇ ਹਾਂ, ਜਿਸ ਐਂਗਲ ਆਈ ਜਿਹੜਾ ਤੁਹਾਡੇ ਸਾਹਮਣੇ ਹੈ। ਜਿਹੜਾ ਐਂਗਲ ਪਰਾਵਰਤਿਤ ਕਿਰਨ ਜਾਂ ਰਿਫਲੈਕਟਡ ਰੇ ਐਂਡ ਨੋਰਮਲ ਬਣਾਉਂਦੇ ਹਨ ਐਂਗਲ ਆਰ, ਉਸ ਨੂੰ ਆਪਾਂ ਐਂਗਲ ਆਫ ਰਿਫਲੈਕਸ਼ਨ ਜਾਂ ਪਰਾਵਰਤਨ ਕੋਣ ਕਹਿੰਦੇ ਹਾਂ। ਉਸ ਤੋਂ ਬਾਅਦ ਆਪਾਂ ਜਿਹੜਾ ਟੌਪਿਕ ਕੀਤਾ ਸੀ ਉਹ ਹੈ ਪਰਾਵਰਤਨ ਦੇ ਨਿਯਮ। ਪਰਾਵਰਤਨ ਦੇ ਦੋ ਨਿਯਮ ਹਨ। ਪਹਿਲਾ ਨਿਯਮ ਹੈ ਪਰਾਵਰਤਨ ਦਾ, ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ ਯਾਨੀ ਐਂਗਲ I ਇਜ਼ ਇਕੁਅਲ ਟੂ ਐਂਗਲ R। ਦੂਸਰਾ ਨਿਯਮ ਆਪਾਂ ਕੀਤਾ ਸੀ ਆਪਤਿਤ ਕਿਰਨ ਦਰਪਣ ਦੇ ਆਪਤਨ ਬਿੰਦੂ ਉੱਤੇ ਅਭਿਲੰਬ ਅਤੇ ਪਰਾਵਰਤਿਤ ਕਿਰਨ ਸਾਰੇ ਹੀ ਇੱਕ ਤਲ ਵਿੱਚ ਹੁੰਦੇ ਹਨ। ਮੀਨਸ ਇੰਸੀਡੈਂਟ ਰੇ, ਨੋਰਮਲ ਐਂਡ ਰਿਫਲੈਕਟਡ ਰੇ all lies in the same plane। ਤਾਂ ਇਹ ਹਨ ਦੋ ਨਿਯਮ ਪਰਾਵਰਤਨ ਦੇ ਜਾਂ ਰਿਫਲੈਕਸ਼ਨ ਦੇ ਲॉज। ਹੁਣ ਨੈਕਸਟ ਪਾਰਟ ਜਿਹੜਾ ਆਪਾਂ ਕੀਤਾ ਸੀ ਉਹ ਹੈ ਕਿ ਦਰਪਣ ਦੋ ਤਰ੍ਹਾਂ ਦੇ ਹੁੰਦੇ ਹਨ, ਮਿਰਰ ਜਾਂ ਦਰਪਣ। ਇੱਕ ਹੈ ਸਮਤਲ ਦਰਪਣ ਜਾਂ ਪਲੇਨ ਮਿਰਰ, ਦੂਸਰਾ ਹੈ ਗੋਲਾਕਾਰ ਦਰਪਣ ਜਾਂ ਸਫੈਰੀਕਲ ਮਿਰਰ। ਸਮਤਲ ਦਰਪਣ ਉਹ ਦਰਪਣ ਹੈ ਜਿਹੜਾ ਕਿ ਆਪਾਂ ਡੇਲੀ ਯੂਜ਼ ਕਰਦੇ ਹਾਂ, ਸਵੇਰੇ ਸ਼ੀਸ਼ਾ ਜਿਹੜਾ ਆਪਾਂ ਦੇਖਦੇ ਹਾਂ ਤਿਆਰ ਹੋਣ ਲਈ। ਗੋਲਾਕਾਰ ਦਰਪਣ ਜਿਹੜੇ ਹੁੰਦੇ ਹਨ ਉਹਨਾਂ ਦੀ ਵੀ ਵਰਤੋਂ ਆਪਾਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ। ਤਾਂ ਦੋ ਤਰ੍ਹਾਂ ਦੇ ਗੋਲਾਕਾਰ ਦਰਪਣ ਬਾਰੇ ਆਪਾਂ ਕਰਾਂਗੇ। ਪਹਿਲਾ ਦਰਪਣ ਹੈ ਅਵਤਲ ਦਰਪਣ ਯਾਨੀ ਕਨਕੇਵ ਮਿਰਰ, ਦੂਸਰਾ ਉੱਤਲ ਦਰਪਣ ਯਾਨੀ ਕਨਵੈਕਸ ਮਿਰਰ। ਤਾਂ ਬੱਚੋ ਨੈਕਸਟ ਪਾਰਟ ਜਿਹੜਾ ਆਪਾਂ ਕੀਤਾ ਸੀ ਜਿਵੇਂ ਕਿ ਪੀ ਜਾਂ ਪੋਲ ਜਿਸ ਨੂੰ ਆਪਾਂ ਧਰੁਵ ਕਹਿੰਦੇ ਹਾਂ। ਇਹ ਵਾਲੀ ਲਾਈਨ ਕੀ ਹੈ, ਮੁੱਖ ਧੁਰਾ ਜਾਂ ਪ੍ਰਿੰਸੀਪਲ ਐਕਸਿਸ। ਸੀ ਯਾਨੀ ਵਕਰਤਾ ਕੇਂਦਰ ਜਾਂ ਸੈਂਟਰ ਆਫ ਕਰਵੇਚਰ। ਐਫ ਯਾਨੀ ਕਿ ਪੋਲ। ਅੱਜ ਆਪਾਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਹੈਗਾ ਪ੍ਰਤੀਬਿੰਬ ਬਣਨਾ ਜਾਂ ਇਮੇਜ ਫਾਰਮੇਸ਼ਨ। ਕਿਸ ਤਰ੍ਹਾਂ ਕਿਸੇ ਵੀ ਦਰਪਣ ਦੁਆਰਾ ਕੋਈ ਪ੍ਰਤੀਬਿੰਬ ਜਾਂ ਇਮੇਜ ਬਣਦਾ ਹੈ। ਤਾਂ ਇਹਦੇ ਕੁਝ ਰੂਲਸ ਹੁੰਦੇ ਹਨ ਜਿਹੜੇ ਆਪਾਂ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਡਾਇਗਰਾਮ ਨੰਬਰ 1 ਦੇ ਵਿੱਚ ਤੁਹਾਡੇ ਕੋਲੇ ਅਵਤਲ ਦਰਪਣ ਅਤੇ ਉੱਤਲ ਦਰਪਣ ਦੀ ਡਾਇਗਰਾਮ ਬਣਾਈ ਹੋਈ ਹੈ। ਤਾਂ ਰੂਲ ਪਹਿਲਾਂ ਧਿਆਨ ਨਾਲ ਸੁਣਿਓ ਫਿਰ ਆਪਾਂ ਡਾਇਗਰਾਮ ਦੇਖਾਂਗੇ। ਪਹਿਲਾ ਰੂਲ ਹੈ ਆਪਣਾ ਦਰਪਣ ਦੇ ਮੁੱਖ ਧੁਰੇ ਦੇ ਸਮਾਨਾਂਤਰ ਪ੍ਰਕਾਸ਼ ਕਿਰਨ। ਆ ਦੇਖੋ ਦਰਪਣ ਦਾ ਮੁੱਖ ਧੁਰਾ ਇਹ ਵਾਲਾ ਮੁੱਖ ਧੁਰਾ ਹੈ। ਦਰਪਣ ਦੇ ਮੁੱਖ ਧੁਰੇ ਦੇ ਸਮਾਨਾਂਤਰ ਪ੍ਰਕਾਸ਼ ਕਿਰਨ ਯਾਨੀ ਕਿ ਅਗਰ ਕੋਈ ਵੀ ਪੈਰਲਲ ਰੇ ਆ ਰਹੀ ਹੈ ਕਿਸੇ ਪ੍ਰਿੰਸੀਪਲ ਫੋਕਸ ਦੇ ਤਾਂ ਪਰਾਵਰਤਨ ਤੋਂ ਬਾਅਦ ਅਵਤਲ ਦਰਪਣ ਦੇ ਮੁੱਖ ਫੋਕਸ ਵਿੱਚੋਂ ਲੰਘੇਗੀ। ਤਾਂ ਪਰਾਵਰਤਨ ਇੱਥੇ ਆ ਕੇ ਪਰਾਵਰਤਨ ਹੋਇਆ, ਪਰਾਵਰਤਨ ਤੋਂ ਬਾਅਦ ਅਵਤਲ ਦਰਪਣ ਦੇ ਫੋਕਸ ਦੇ ਵਿੱਚੋਂ ਲੰਘੇਗੀ ਜਾਂ ਉੱਤਲ ਦਰਪਣ ਦੇ ਮੁੱਖ ਫੋਕਸ ਤੋਂ ਅਪਸਰਿਤ ਹੁੰਦੀ ਪ੍ਰਤੀਤ ਹੋਵੇਗੀ। ਤਾਂ ਇੱਦਾਂ ਲੱਗੇਗਾ ਕਿ ਉੱਤਲ ਦਰਪਣ ਦੇ ਮੁੱਖ ਫੋਕਸ ਦੇ ਵਿੱਚੋਂ ਲੰਘ ਰਹੀ ਹੈ। ਤਾਂ ਆਪਣਾ ਪਹਿਲਾ ਨਿਯਮ ਕੀ ਹੈਗਾ, ਕੋਈ ਵੀ ਪ੍ਰਕਾਸ਼ ਕਿਰਨ ਅਗਰ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਰਹੀ ਹੈ ਜਾਂ ਸਮਾਨਾਂਤਰ ਆ ਰਹੀ ਹੈ ਤਾਂ ਅਵਤਲ ਦਰਪਣ ਜਾਂ ਕਨਕੇਵ ਮਿਰਰ ਦੇ ਫੋਕਸ ਦੇ ਵਿੱਚੋਂ ਲੰਘੇਗੀ ਜਾਂ ਇਸ ਤਰ੍ਹਾਂ ਪ੍ਰਤੀਤ ਹੋਵੇਗਾ ਕਿ ਉੱਤਲ ਦਰਪਣ ਦੇ ਫੋਕਸ ਦੇ ਵਿੱਚੋਂ ਲੰਘ ਰਹੀ ਹੈ। ਤਾਂ ਇਹ ਹੈਗਾ ਆਪਣਾ ਫਰਸਟ ਰੂਲ। ਆਪਣਾ ਸੈਕੰਡ ਰੂਲ ਹੈ ਅਵਤਲ ਦਰਪਣ ਦੇ ਮੁੱਖ ਫੋਕਸ ਵਿੱਚੋਂ ਲੰਘਦੀ ਕਿਰਨ ਯਾਨੀ ਕਿ ਅਵਤਲ ਦਰਪਣ ਦੇ ਦੇਖੋ ਫੋਕਸ ਦੇ ਵਿੱਚੋਂ ਲੰਘਦੀ ਪਈ ਹੈ ਕਿਰਨ ਜਾਂ ਉੱਤਲ ਦਰਪਣ ਦੇ ਮੁੱਖ ਫੋਕਸ ਦੇ ਵੱਲ ਜਾਂਦੀ ਪ੍ਰਕਾਸ਼ ਕਿਰਨ। ਦੇਖੋ ਆਹ ਵਾਲੀ ਕਿਰਨ ਉੱਤਲ ਦਰਪਣ ਦੇ ਫੋਕਸ ਦੇ ਵੱਲ ਜਾ ਰਹੀ ਹੈ। ਪਰਾਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਸਮਾਨਾਂਤਰ ਹੋ ਜਾਵੇਗੀ। ਆ ਦੇਖੋ ਪਰਾਵਰਤਨ ਹੋਇਆ, ਪਰਾਵਰਤਨ ਤੋਂ ਬਾਅਦ ਇਹ ਕੀ ਹੈ ਮੁੱਖ ਧੁਰਾ ਯਾਨੀ ਕਿ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਜਾਂ ਸਮਾਨਾਂਤਰ ਹੋ ਗਈ।
ਇੱਧਰ ਵੀ ਕੀ ਹੈਗਾ, ਪਹਿਲਾਂ ਇੱਦਾਂ ਲੱਗ ਰਹੀ ਹੈ ਕਿ ਐਫ ਤੋਂ ਐਫ ਵੱਲ ਨੂੰ ਆ ਰਹੀ ਹੈ ਅਤੇ ਇਸ ਤੋਂ ਬਾਅਦ ਇਹ ਪਰਾਵਰਤਨ ਤੋਂ ਬਾਅਦ ਪੈਰਲਲ ਹੋ ਜਾਵੇਗੀ ਜਾਂ ਸਮਾਨਾਂਤਰ ਹੋ ਜਾਏਗੀ। ਇਹ ਸੀ ਆਪਣਾ ਸੈਕਿੰਡ ਨਿਯਮ। ਥਰਡ ਨਿਯਮ ਹੈ ਆਪਣਾ ਅਵਤਲ ਦਰਪਣ ਦੇ ਵਕਰਤਾ ਕੇਂਦਰ ਵਿੱਚੋਂ ਗੁਜ਼ਰਨ ਵਾਲੀਆਂ ਪ੍ਰਕਾਸ਼ ਕਿਰਨਾਂ ਜਾਂ ਉੱਤਲ ਦਰਪਣ ਦੇ ਵਕਰਤਾ ਕੇਂਦਰ ਦੇ ਵੱਲ ਜਾਂਦੀ ਹੋਈ ਪ੍ਰਕਾਸ਼ ਕਿਰਨ ਪਰਾਵਰਤਨ ਤੋਂ ਬਾਅਦ ਉਸੇ ਪਥ ਤੇ ਵਾਪਸ ਪਰਾਵਰਤਿਤ ਹੋ ਜਾਂਦੀ ਹੈ। ਤੁਸੀਂ ਦੇਖੋ ਸੀ ਦੇ ਵਿੱਚੋਂ ਲੰਘ ਰਹੀ ਹੈ, ਯਾਨੀ ਕਿ ਸੈਂਟਰ ਆਫ ਕਰਵੇਚਰ ਦੇ ਵਕਰਤਾ ਕੇਂਦਰ ਦੇ ਵਿੱਚੋਂ ਲੰਘ ਰਹੀ ਪ੍ਰਕਾਸ਼ ਕਿਰਨ ਪਰਾਵਰਤਨ ਤੋਂ ਬਾਅਦ ਵਾਪਸ ਉਸੇ ਪਥ ਤੇ ਜਾ ਰਹੀ ਹੈ। ਉੱਤਲ ਦਰਪਣ ਦੇ ਲਈ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਦਾਂ ਲੱਗਦਾ ਪਿਆ ਕਿ ਸੀ ਵੱਲ ਨੂੰ ਜਾਂਦੀ ਪਈ ਹੈ ਤਾਂ ਉਸੇ ਪਥ ਦੇ ਉੱਪਰ ਵਾਪਸ ਆ ਜਾਏਗੀ। ਇਹ ਹੈਗਾ ਆਪਣਾ ਤੀਸਰਾ ਨਿਯਮ। ਹੁਣ ਆਪਣਾ ਫੋਰਥ ਨਿਯਮ ਹੈ ਅਵਤਲ ਦਰਪਣ ਜਾਂ ਉੱਤਲ ਦਰਪਣ ਦੇ ਬਿੰਦੂ P ਦੇ ਵੱਲ ਮੁੱਖ ਧੁਰੇ ਤੋਂ ਤਿਰਛੀ ਦਿਸ਼ਾ ਵਿੱਚ ਆਪਾਤੀ ਕਿਰਨ ਤਿਰਛੀ ਦਿਸ਼ਾ ਵਿੱਚ ਹੀ ਪਰਿਵਰਤਿਤ ਹੋ ਜਾਂਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਿਰਨ P ਵੱਲ ਨੂੰ ਤਿਰਛੀ ਦਿਸ਼ਾ ਦੇ ਵਿੱਚ ਆ ਰਹੀ ਹੈ ਉਹ ਪਰਾਵਰਤਨ ਤੋਂ ਬਾਅਦ ਤਿਰਛੀ ਹੀ ਵਾਪਸ ਚਲੀ ਜਾਂਦੀ ਹੈ। ਇੱਧਰ ਵੀ ਤਿਰਛੀ ਆ ਰਹੀ ਹੈ, P ਵੱਲ ਨੂੰ ਆ ਰਿਹਾ ਆਪਣਾ P, ਤਾਂ ਵਾਪਸ ਪਰਾਵਰਤਨ ਤੋਂ ਬਾਅਦ ਤਿਰਛੀ ਹੀ ਚਲੀ ਜਾਏਗੀ। ਤਾਂ ਬੱਚੋ ਇਹ ਹੈਗੇ ਆ ਰੂਲਸ ਜਿਹੜੇ ਹੈਗੇ ਆ ਪਰਾਵਰਤਨ ਦੇ ਜਾਂ ਰਿਫਲੈਕਸ਼ਨ ਦੇ ਜਿਹੜੇ ਨਿਯਮ ਹੁੰਦੇ ਹਨ। 4 ਨਿਯਮ ਆਪਾਂ ਕਰ ਚੁੱਕੇ ਹਾਂ। ਹੁਣ ਆਪਾਂ ਪ੍ਰਤੀਬਿੰਬ ਬਾਰੇ ਕਰਾਂਗੇ ਕਿ ਅਵਤਲ ਦਰਪਣ ਅਤੇ ਉੱਤਲ ਦਰਪਣ ਤੋਂ ਕਿਸ ਤਰ੍ਹਾਂ ਦੇ ਪ੍ਰਤੀਬਿੰਬ ਬਣਦੇ ਹਨ। ਤਾਂ ਦੇਖੋ ਫਰਸਟ ਕੇਸ ਹੈ ਕਿ ਅਗਰ ਆਪਾਂ ਕਿਸੇ ਵੀ ਵਸਤੂ ਨੂੰ ਅਨੰਤ ਉੱਤੇ ਰੱਖਦੇ ਹਾਂ, ਯਾਨੀ ਕਿ ਬਹੁਤ ਦੂਰ ਵਸਤੂ ਪਈ ਹੈ, ਤੁਸੀਂ ਸਾਹਮਣੇ ਦੇਖੋ ਅਵਤਲ ਦਰਪਣ ਜਾਂ ਕਨਕੇਵ ਮਿਰਰ ਬਣਾਇਆ ਹੈ, ਤਾਂ ਕਨਕੇਵ ਮਿਰਰ ਜਿਹੜਾ ਹੈਗਾ ਉਸਦੇ ਕੁਝ ਕੇਸਿਸ ਹੁੰਦੇ ਹਨ। ਪਹਿਲਾ ਕੇਸ ਜਿਹੜਾ ਹੈਗਾ ਕਿ ਵਸਤੂ ਬਹੁਤ ਦੂਰ ਪਈ ਹੈ, ਇਹ ਹੈਗਾ ਆਪਣੇ ਕੋਲ ਸੀ ਯਾਨੀ ਸੈਂਟਰ ਆਫ ਕਰਵੇਚਰ, ਐਫ ਯਾਨੀ ਫੋਕਸ, ਇਹ ਹੈਗਾ ਆਪਣੇ ਕੋਲੇ ਪੀ। ਤਾਂ ਅਗਰ ਵਸਤੂ ਬਹੁਤ ਦੂਰ ਹੈ, ਆਪਾਂ ਪਹਿਲਾ ਨਿਯਮ ਕੀ ਕਿਹਾ ਸੀ ਕਿ ਵਸਤੂ ਤੇ ਕੋਈ ਵੀ ਕਿਰਨ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਵੇਗੀ। ਪੈਰਲਲ ਆਉਣ ਤੋਂ ਬਾਅਦ ਜਿਹੜੀ ਉਹ ਕਿਰਨ ਹੈਗੀ ਹੈ ਉਹ ਫੋਕਸ ਦੇ ਵਿੱਚੋਂ ਲੰਘੇਗੀ। ਤੁਸੀਂ ਦੇਖ ਸਕਦੇ ਹੋ ਪਹਿਲਾਂ ਪੈਰਲਲ ਆਈ ਹੈ, ਉਸ ਤੋਂ ਬਾਅਦ ਇਹ ਫੋਕਸ ਦੇ ਵਿੱਚੋਂ ਲੰਘ ਰਹੀ ਹੈ। ਤਾਂ ਇਹ ਹੈਗੀ ਆਪਣੀ ਪਹਿਲੀ। ਨਾਲ ਹੀ ਦੂਸਰੇ ਸਾਈਡ ਵੀ ਆਪਾਂ ਬਣਾਉਂਦੇ ਹਾਂ, ਪੈਰਲਲ ਆ ਰਹੀ ਹੈ, ਪੈਰਲਲ ਆਉਣ ਤੋਂ ਬਾਅਦ ਪਰਾਵਰਤਨ ਤੋਂ ਬਾਅਦ ਇਹ ਕੀ ਹੈਗਾ ਫੋਕਸ ਦੇ ਵਿੱਚੋਂ ਲੰਘੇਗੀ। ਤਾਂ ਜਿਹੜਾ ਵਸਤੂ ਦਾ ਪ੍ਰਤੀਬਿੰਬ ਬਣੇਗਾ ਉਹ ਫੋਕਸ ਤੇ ਇਸ ਜਗ੍ਹਾ ਤੇ ਬਣੇਗਾ ਅਤੇ ਬਹੁਤ ਛੋਟਾ ਬਣੇਗਾ। ਤਾਂ ਤੁਹਾਨੂੰ ਕੁਐਸਚਨ ਪੁੱਛ ਸਕਦੇ ਹੈ ਕਿ ਵਸਤੂ ਦਾ ਪ੍ਰਤੀਬਿੰਬ ਕਿੱਥੇ ਬਣਿਆ ਐਟ ਐਫ ਜਾਂ ਫੋਕਸ ਦੇ ਉੱਤੇ। ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣਿਆ, ਛੋਟਾ ਪ੍ਰਤੀਬਿੰਬ ਬਣਿਆ ਹੈ, ਵਾਸਤਵਿਕ ਪ੍ਰਤੀਬਿੰਬ ਬਣਿਆ ਹੈ ਅਤੇ ਉਲਟਾ ਪ੍ਰਤੀਬਿੰਬ ਬਣਿਆ ਹੈ। ਵਾਸਤਵਿਕ ਬਾਰੇ ਵੀ ਆਪਾਂ ਕਰ ਚੁੱਕੇ ਹਾਂ ਪਿਛਲੀ ਵੀਡੀਓ ਦੇ ਵਿੱਚ, ਠੀਕ ਹੈ। ਸੈਕੰਡ ਕੇਸ ਆਂਦਾ ਹੈ ਸੀ ਤੋਂ ਪਰੇ। ਹੁਣ ਵਸਤੂ ਨੂੰ ਆਪਾਂ ਹੌਲੀ ਹੌਲੀ ਦੂਰ ਤੋਂ ਨੇੜੇ ਵੱਲ ਨੂੰ ਲੈ ਕੇ ਆਣਾ। ਸਭ ਤੋਂ ਪਹਿਲਾਂ ਆਪਾਂ ਬਹੁਤ ਦੂਰ ਰੱਖੀ ਹੈ ਉਹ ਵਸਤੂ। ਸੈਕੰਡ ਕੇਸ ਦੇ ਵਿੱਚ ਸੀ ਤੋਂ ਪਰੇ, ਆ ਦੇਖੋ ਸੀ ਹੈਗਾ, ਸੀ ਤੋਂ ਅਗਰ ਆਪਾਂ ਵਸਤੂ ਕੁਝ ਦੂਰੀ ਤੇ ਰੱਖਾਂਗੇ ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਫਰਸਟ ਰੂਲ ਦੇ ਅਕੋਰਡਿੰਗ ਪਹਿਲਾਂ ਕਿਰਨ ਜਿਹੜੀ ਹੈਗੀ ਹੈ ਉਹਨੂੰ ਸਿੱਧੀ ਲੈ ਕੇ ਜਾਵਾਂਗੇ, ਉਸ ਤੋਂ ਬਾਅਦ ਉਹੀ ਕਿਰਨ ਜਿਹੜੀ ਹੈ ਫੋਕਸ ਦੇ ਵਿੱਚੋਂ ਪਰਾਵਰਤਨ ਤੋਂ ਬਾਅਦ ਫੋਕਸ ਦੇ ਵਿੱਚੋਂ ਲੰਘੇਗੀ। ਸੈਕੰਡ ਜਿਹੜੀ ਹੈਗੀ ਹੈ ਉਹ ਆਪਾਂ ਰੂਲ ਨੰਬਰ 3 ਦੇ ਅਕੋਰਡਿੰਗ ਕਰਾਂਗੇ ਕਿ ਉਸ ਵਸਤੂ ਤੋਂ ਸੀ ਦੇ ਵਿੱਚੋਂ ਇੱਕ ਕਿਰਨ ਲੰਘੇਗੀ ਅਤੇ ਉਹ ਕਿਰਨ ਜਿਹੜੀ ਕਿ ਸੈਂਟਰ ਆਫ ਕਰਵੇਚਰ ਵਿੱਚੋਂ ਲੰਘਦੀ ਹੈ, ਪਰਾਵਰਤਨ ਤੋਂ ਬਾਅਦ ਵਾਪਸ ਉਸੇ ਜਗ੍ਹਾ ਤੇ ਜਾਂਦੀ ਹੈ, ਉਸੇ ਪਥ ਤੇ ਜਾਂਦੀ ਹੈ। ਤਾਂ ਤੁਸੀਂ ਦੇਖੋਗੇ ਜਿੱਥੇ ਦੋਨੋਂ ਲਾਈਨਸ ਮਿਲਣਗੀਆਂ ਆਪਣਾ ਪ੍ਰਤੀਬਿੰਬ ਉੱਥੇ ਬਣੇਗਾ। ਹੁਣ ਤੁਸੀਂ ਦੇਖੋ ਪ੍ਰਤੀਬਿੰਬ ਕਿੱਥੇ ਬਣਿਆ, ਐਫ ਅਤੇ ਸੀ ਦੇ ਵਿਚਾਲੇ ਜਾਂ ਵਿਚਕਾਰ ਬਣਿਆ ਹੈ। ਪ੍ਰਤੀਬਿੰਬ ਜਿਹੜਾ ਹੈ ਆਪਣੇ ਬਿੰਬ ਜਾਂ ਆਬਜੈਕਟ ਨਾਲੋਂ ਛੋਟੇ ਸਾਈਜ਼ ਦਾ ਹੈ। ਤੀਸਰਾ ਆਂਦਾ ਹੈ ਵਾਸਤਵਿਕ ਅਤੇ ਉਲਟਾ ਹੈ। ਤੁਸੀਂ ਦੇਖ ਸਕਦੇ ਹੋ ਇਹਦਾ ਐਰੋ ਨੀਚੇ ਨੂੰ ਜਾ ਰਿਹਾ ਹੈ। ਨੈਕਸਟ ਕੇਸ ਆਪਣਾ ਜਾਂਦਾ ਹੈ ਸੀ ਦੇ ਉੱਤੇ। ਅਗਰ ਕੋਈ ਵਸਤੂ ਸੀ ਦੇ ਉੱਪਰ ਪਈ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਵਸਤੂ
ਵਿੱਚੋਂ ਜਿਹੜੀ ਲਾਈਟ ਰੇ ਹੈਗੀ ਹੈ ਉਹ ਪੈਰਲਲ ਜਾਵੇਗੀ, ਪੈਰਲਲ ਜਾ ਕੇ ਫੋਕਸ ਦੇ ਵਿੱਚੋਂ ਲੰਘੇਗੀ। ਦੂਸਰਾ ਆਪਾਂ ਸੈਕਿੰਡ ਨਿਯਮ ਲੈਂਦੇ ਹਾਂ, ਫੋਕਸ ਦੇ ਵਿੱਚੋਂ ਲੰਘਦੇ ਹੋਏ ਦੁਬਾਰਾ ਸਮਾਨਾਂਤਰ ਹੋ ਜਾਵੇਗੀ। ਤਾਂ ਆਪਾਂ ਦੇਖਾਂਗੇ ਜਿੱਥੇ ਦੋਨੋਂ ਦੀਆਂ ਦੋਨੋਂ ਲਾਈਨਸ ਮਿਲਦੀਆਂ ਹੈ ਉੱਥੇ ਆਪਣਾ ਪ੍ਰਤੀਬਿੰਬ ਬਣੇਗਾ। ਤਾਂ ਤੁਹਾਡੇ ਸਾਹਮਣੇ ਇਹ ਪ੍ਰਤੀਬਿੰਬ ਕਿੱਥੇ ਬਣਿਆ ਹੈ? ਸੀ ਦੇ ਉੱਪਰ ऑब्जेक्ट ਸੀਗੀ, ਸੀ ਦੇ ਉੱਪਰ ਹੀ ਇਮੇਜ ਬਣੀ ਹੈ ਐਟ ਸੀ। ਸਾਈਜ਼ ਕੀ ਹੈਗਾ? ਸਾਈਜ਼ ਦੋਨਾਂ ਦਾ ਬਰਾਬਰ ਹੈਗਾ ਅਤੇ ਵਾਸਤਵਿਕ ਅਤੇ ਉਲਟਾ ਹੈ। ਤਾਂ ਬੱਚੋ ਆਈ ਹੋਪ ਇਹ 3 ਡਾਇਗਰਾਮਸ ਤੁਹਾਨੂੰ ਕਲੀਅਰ ਹੈ। ਫਸਟ ਅਨੰਤ ਉੱਤੇ ਸੀ, ਸੈਕਿੰਡ ਸੀ ਤੋਂ ਪਰੇ, ਤੀਸਰਾ ਸੀ ਉੱਤੇ। ਹੁਣ ਆਪਾਂ ਵਸਤੂ ਨੂੰ ਹੋਰ ਨੇੜੇ ਵੱਲ ਨੂੰ ਲੈ ਕੇ ਆਵਾਂਗੇ। ਫੋਰਥ ਕੇਸ ਆਪਣਾ ਹੈਗਾ ਸੀ ਅਤੇ ਐਫ ਦੇ ਵਿਚਕਾਰ। ਕਿਤੇ ਵੀ ਆਪਾਂ ਰੱਖ ਸਕਦੇ ਹਾਂ ਸੀ ਅਤੇ ਐਫ ਦੇ ਵਿਚਕਾਰ। ਪਹਿਲਾਂ ਜਿਹੜੀ ਜਾਏਗੀ ਲਾਈਟ ਉਹ ਜਾਏਗੀ ਪੈਰਲਲ ਜਾਏਗੀ, ਉਸ ਤੋਂ ਬਾਅਦ ਪੈਰਲਲ ਜਾਣ ਤੋਂ ਬਾਅਦ ਐਫ ਦੇ ਵਿੱਚੋਂ ਦੀ ਉਹ ਲੰਘੇਗੀ। ਸੈਕਿੰਡ ਜਿਹੜੀ ਆਪਾਂ ਬਣਾਵਾਂਗੇ ਇਹਦੇ ਵਿੱਚ ਲਾਈਟ ਰੇ ਉਹ ਸੀ ਦੇ ਉੱਪਰ ਬਣਾਵਾਂਗੇ ਕਿ ਕੋਈ ਵੀ ਲਾਈਟ ਜਿਹੜੀ ਹੈਗੀ ਹੈ ਸੀ ਦੇ ਵਿੱਚੋਂ ਲੰਘਦੀ ਪਈ ਹੈ। ਤਾਂ ਜਦੋਂ ਇਹ ਜਾ ਕੇ ਦਰਪਣ ਦੀ ਸਤਹ ਦੇ ਨਾਲ ਟਕਰਾਏਗੀ, ਅਗਰ ਆਪਾਂ ਦਰਪਣ ਨੂੰ ਇਧਰੋਂ ਵਧਾ ਦਈਏ, ਦਰਪਣ ਦੀ ਸਤਹ ਦੇ ਨਾਲ ਟਕਰਾਏਗੀ ਤਾਂ ਇਸ ਨੂੰ ਜਦੋਂ ਆਪਾਂ ਬੈਕ ਵੱਲ ਨੂੰ ਪਿੱਛੇ ਵੱਲ ਨੂੰ ਲੈ ਕੇ ਆਵਾਂਗੇ ਤਾਂ ਆਪਾਂ ਦੇਖਾਂਗੇ ਕਿਉਂਕਿ ਸੀ ਦੇ ਵਿੱਚੋਂ ਲੰਘਦੀ ਹੈ ਤਾਂ ਸੀ ਦੇ ਉੱਪਰ ਹੀ ਉਹ ਦੁਬਾਰਾ ਉਸੇ ਰੂਪ ਦੇ ਵਿੱਚ ਤਿਰਛੀ ਚਲੀ ਜਾਂਦੀ ਹੈ। ਤਾਂ ਜਦੋਂ ਆਪਾਂ ਜਿੱਥੇ ਵੇਖਾਂਗੇ ਕਿ ਦੋਨੋਂ ਦੀਆਂ ਦੋਨੋਂ ਲਾਈਨਸ ਮੀਟ ਕਰਦੀਆਂ ਪਈਆਂ ਹੈ ਉਸ ਜਗ੍ਹਾ ਤੇ ਆਪਣਾ ਪ੍ਰਤੀਬਿੰਬ ਬਣ ਜਾਏਗਾ। ਤੁਸੀਂ ਇਸ ਕੇਸ ਦੇ ਵਿੱਚ ਦੇਖ ਸਕਦੇ ਹੋ ਆਪਣੀ ऑब्जेक्ट ਕਿੰਨੀ ਛੋਟੀ ਹੈ ਅਤੇ ਆਪਣਾ ਇਮੇਜ ਵੱਡਾ ਬਣ ਗਿਆ ਹੈ। ਤੇ ਕਿੱਥੇ ਬਣਿਆ ਹੈ? ਸੀ ਤੋਂ ਪਰੇ, ਯਾਨੀ ਕਿ ਪਿਛਲੇ ਪਾਸੇ ਬਣਿਆ ਹੈ, ਵੱਡਾ ਬਣਿਆ ਹੈ, ਵਾਸਤਵਿਕ ਅਤੇ ਉਲਟਾ ਬਣਿਆ ਹੈ। ਇਹ ਹੈਗਾ ਆਪਣਾ ਚੌਥਾ ਕੇਸ। ਫਿਫਥ ਕੇਸ ਐਫ ਦੇ ਉੱਪਰ ਰੱਖਦੇ ਹਾਂ। ਸਭ ਤੋਂ ਪਹਿਲੀ ਰੇ ਇਸ ਤਰ੍ਹਾਂ ਚਾਹੇਗੀ ਪੈਰਲਲ, ਫਿਰ ਫੋਕਸ ਦੇ ਵਿੱਚੋਂ ਲੰਘੇਗੀ, ਫਿਰ ਆਪਾਂ ਸੈਕਿੰਡ ਬਣਾਵਾਂਗੇ ਸੀ ਦੇ ਉੱਪਰੋਂ ਲੰਘੇਗੀ। ਤਾਂ ਸੀ ਦੇ ਉੱਪਰ ਜਾਣ ਵਾਲੀ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਕਿ ਉਹ ਪਰਾਵਰਤਨ ਤੋਂ ਬਾਅਦ ਵਾਪਸ ਉਸੇ ਲਾਈਨ ਦੇ ਵਿੱਚ ਚਲੀ ਜਾਂਦੀ ਹੈ। ਆਪਾਂ ਦੇਖਾਂਗੇ ਕਿ ਜਿਹੜੀ ਇਹ ਦੋ ਲਾਈਨਸ ਹੈਗੀਆਂ ਮਿਲਣਗੀਆਂ ਪਰ ਬਹੁਤ ਦੂਰ ਜਾ ਕੇ ਮਿਲਣਗੀਆਂ। ਤਾਂ ਇਸ ਦਾ ਪ੍ਰਤੀਬਿੰਬ ਕਿੱਥੇ ਬਣਦਾ ਹੈ? ਅਨੰਤ ਉੱਤੇ ਬਣਦਾ ਹੈ। ਸਾਈਜ਼ ਬਹੁਤ ਵੱਡਾ ਹੁੰਦਾ ਹੈ, ਵਾਸਤਵਿਕ ਅਤੇ ਉਲਟਾ ਹੁੰਦਾ ਹੈ। ਤਾਂ ਬੱਚੋ ਇਹ ਸੀ ਆਪਣੇ 5 ਕੇਸ। ਹੁਣ ਆਪਣਾ 6ਵਾਂ ਕੇਸ ਜਿਹੜਾ ਹੈਗਾ ਉਹ ਹੈਗਾ ਐਫ ਅਤੇ ਪੀ ਦੇ ਵਿਚਕਾਰ। ਹੁਣ ਆ ਫੋਕਸ ਹੈ, ਇਹ ਪੀ ਹੈ। ਅਗਰ ਆਪਾਂ ਐਫ ਤੇ ਪੀ ਦੇ ਵਿਚਕਾਰ ਰੱਖਦੇ ਹਾਂ ਤਾਂ ਆਪਾਂ 4th ਰੂਲ ਦੇ ਅਕੋਰਡਿੰਗ ਡਾਇਰੈਕਟਲੀ ਪੀ ਦੇ ਉੱਤੇ ਪਹਿਲੀ ਕਿਰਨ ਜਾ ਰਹੀ ਹੈ, ਦੂਸਰੀ ਕਿਰਨ ਸੀ ਦੇ ਉੱਪਰ ਜਾ ਰਹੀ ਹੈ। ਤਾਂ ਤੁਸੀਂ ਦੇਖੋਗੇ ਅਗਰ ਆਪਾਂ ਇਸ ਕਿਰਨ ਨੂੰ ਅੱਗੇ ਵੱਲ ਨੂੰ ਵਧਾਵਾਂਗੇ ਤਾਂ ਜਿੱਥੇ ਜਾ ਕੇ ਦੋਨੋਂ ਮਿਲਦੀਆਂ ਹੈ ਤਾਂ ਉਹ ਸ਼ੀਸ਼ੇ ਦੇ ਆਪਣੇ ਪਿਛਲੇ ਪਾਸੇ ਹੋ ਜਾਵੇਗਾ, यानी कि अपना प्रतिबिंब शीशे दे पिछले पासे बनता पिया है। तो जिन्ने भी आपां 6 केस किए हैं अवतल दर्पण के, इन्हां विचों बाकी 5 केस दे विच तुसीं देखोगे कि जिहड़ा प्रतिबिंब हैगा वो शीशे दे या दर्पण दे इस साइड ही बनता है, जद कि जदों एफ अते पी दे विचकार रखिया जाए तो जिहड़ा प्रतिबिंब हुंदा है वो दर्पण दे पिछले पासे बनता है, वड्डा बनता है, आभासी अते सिद्धा बनता है। ਤਾਂ ਇਹ ਅਲੱਗ ਕੇਸ ਹੈ ਬਾਕੀ ਸਾਰਿਆਂ ਨਾਲੋਂ। ਬਾਕੀ ਸਾਰਿਆਂ ਦੇ ਵਿੱਚ ਪ੍ਰਤੀਬਿੰਬ ਆਪਣਾ ਵਾਸਤਵਿਕ ਅਤੇ ਉਲਟਾ ਬਣਦਾ ਸੀ, ਜਦ ਕਿ 6ਵੇਂ ਕੇਸ ਦੇ ਵਿੱਚ ਆਪਣਾ ਪ੍ਰਤੀਬਿੰਬ ਆਭਾਸੀ ਅਤੇ ਸਿੱਧਾ ਬਣਦਾ ਹੈ। ਹੁਣ ਨੈਕਸਟ ਆਪਣੀ ਹੈਗੀ ਉੱਤਲ ਦਰਪਣ। ਚਲੋ ਬੱਚੋ ਅੱਜ ਲਈ ਨਾ ਇਨਫ ਹੈ, ਨੈਕਸਟ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਵਰ ਕਰਾਂਗੇ। ਬੱਚੋ ਇੱਕ ਗੱਲ ਵੱਲ ਧਿਆਨ ਦਿਓ, ਵੀਡੀਓ ਦੇ ਨਾਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। लिखण दे लई मैं तुहानूं कोशिश करदी हाँ डिस्क्रिप्शन बॉक्स दे विच PDF पाउण दी। बच्चों जो कोई तुहानूं डाउट हुंदा है जदों तुसीं वीडियो देखदे हो, नाल कमेंट दी ऑप्शन आ जांदी है, जिहड़ा भी डाउट है कमेंट दे विच जरूर पाओ ताकि मैं तुहाडा कोई भी डाउट क्लीयर कर सकां। थैंक यू।